ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ 11ਵੀਂ ਜਮਾਤ ਦੀ ਪੰਜਾਬੀ ਲਾਜ਼ਮੀ ਦੇ ਆਨਲਾਈਨ ਕਲਾਸ ਦੇ ਵਿੱਚ। ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਲੋਕ ਕਥਾਵਾਂ ਵੰਨਗੀ ਦੇ ਵਿੱਚੋਂ ਪਹਿਲੀ ਵੰਨਗੀ, ਪਹਿਲੀ ਕਿਸਮ ਮਿੱਥ ਕਥਾਵਾਂ ਬਾਰੇ ਚਰਚਾ ਕਰਾਂਗੇ। ਲੋਕ ਕਥਾਵਾਂ ਬਾਰੇ ਤੁਸੀਂ ਆਮ ਸੁਣਿਆ ਹੀ ਹੋਣਾ ਕਿ ਲੋਕ ਕਥਾਵਾਂ ਤੋਂ ਕੀ ਭਾਵ ਹੈ? ਲੋਕ ਕਹਾਣੀਆਂ, ਭਾਵ ਉਹ ਕਹਾਣੀਆਂ, ਉਹ ਕਥਾਵਾਂ ਜਿਹੜੀਆਂ ਲੋਕਾਂ ਦੇ ਵਿੱਚ ਆਮ ਵਿਚਰਦੀਆਂ ਹੋਣ, ਪੀੜ੍ਹੀ ਦਰ ਪੀੜ੍ਹੀ ਅੱਗੇ ਵਿਰਾਸਤ ਦੇ ਵਿੱਚ ਮਿਲਦੀਆਂ ਹੋਣ ਅਤੇ ਜਿਨ੍ਹਾਂ ਦੇ ਲੇਖਕਾਂ ਦਾ, ਕਹਾਣੀਕਾਰਾਂ ਦਾ ਕੋਈ ਪਤਾ ਨਾ ਹੋਵੇ, ਭਾਵ ਉਹ ਆਮ ਲੋਕਾਂ ਦੁਆਰਾ, ਆਮ ਜਨ ਦੁਆਰਾ ਰਚੀਆਂ ਗਈਆਂ ਹੋਣ। ਤਾਂ ਉਹਨਾਂ ਲੋਕ ਕਥਾਵਾਂ ਦੀ ਪਹਿਲੀ ਵੰਨਗੀ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਮਿੱਥ ਕਥਾਵਾਂ। ਮਿੱਥ ਕਥਾ ਤੋਂ ਕੀ ਭਾਵ ਹੈ? ਕਥਾ ਤੋਂ ਭਾਵ ਹੈ ਕਹਾਣੀ, ਅਤੇ ਮਿੱਥ ਤੋਂ ਕੀ ਭਾਵ ਹੈ? ਮਿੱਥ ਤੋਂ ਭਾਵ ਜਦੋਂ ਸਮਾਜ ਦੇ ਵਿੱਚ ਕਿਸੇ ਵਿਸ਼ੇ ਦੇ ਪ੍ਰਤੀ ਕੁਝ ਅਜਿਹੀ ਧਾਰਨਾ ਬਣੀ ਹੋਵੇ, ਕੁਝ ਅਜਿਹੇ ਵਿਸ਼ਵਾਸ ਬਣੇ ਹੋਣ ਜਿਹੜੇ ਵਿਗਿਆਨਕ ਤਰਾਜੂ ਦੇ ਵਿੱਚ ਸਫਲ ਨਾ ਹੁੰਦੇ ਹੋਣ, ਭਾਵ ਤਰਕਹੀਣ ਹੋਣ, ਜਿਵੇਂ ਕਿ ਮੰਨ ਲਓ ਦੈਵੀ ਸ਼ਕਤੀਆਂ ਜਾਂ ਪਸ਼ੂ ਪੰਛੀਆਂ ਦਾ ਬੋਲਣਾ ਜਾਂ ਜੀਵ ਜੰਤੂਆਂ ਦਾ ਬੋਲਣਾ, ਇਸ ਤਰ੍ਹਾਂ ਦੀਆਂ ਕਹਾਣੀਆਂ ਸੰਬੰਧਿਤ ਹੋਣਗੀਆਂ ਮਿੱਥ ਕਥਾਵਾਂ ਦੇ ਨਾਲ। ਤਾਂ ਆਪਣੇ ਪਾਠਕ੍ਰਮ ਦੇ ਵਿੱਚ ਸ਼ਾਮਲ ਪਹਿਲੀ ਮਿੱਥ ਕਥਾ ਪ੍ਰਹਿਲਾਦ ਭਗਤ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਦੇ ਹਾਂ। ਪ੍ਰਹਿਲਾਦ ਭਗਤ ਦੇ ਵਿੱਚ ਪ੍ਰਹਿਲਾਦ ਹੈ ਜਿਹੜਾ ਉਹ ਮਿੱਥ ਕਥਾ ਦਾ ਪਾਤਰ ਹੈ ਅਤੇ ਇੱਕ ਬਾਲਕ ਹੈ ਜੋ ਕਿ ਨੇਕੀ ਭਾਵ ਚੰਗਿਆਈ ਦਾ ਪ੍ਰਤੀਕ ਹੈ। ਇਹ ਹਰਨਾਕਸ਼ ਦਾ ਪੁੱਤਰ ਹੈ ਜੋ ਬਦੀ ਦਾ ਪ੍ਰਤੀਕ ਹੈ, ਭਾਵ ਹਰਨਾਕਸ਼ ਹੈ ਜਿਹੜਾ ਉਹ ਬੁਰਾਈ ਦਾ ਪ੍ਰਤੀਕ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਮਿੱਥ ਕਥਾ। ਬੈਕੁੰਠ ਜਾਂ ਸਵਰਗ ਵਿੱਚ ਹਰਨਾਕਸ਼ ਅਤੇ ਪ੍ਰਨਾਕਸ਼ ਦੋ ਭਰਾ ਰਹਿੰਦੇ ਸਨ। ਕੁਝ ਕਾਰਨ ਕਰਕੇ, ਦੇਵਤਿਆਂ ਦੇ ਸ਼ਰਾਪ ਕਾਰਨ ਇਹਨਾਂ ਦੋਵੇਂ ਭਰਾਵਾਂ ਨੂੰ ਬੈਕੁੰਠ ਵਿੱਚੋਂ ਨਿਕਲਣਾ ਪਿਆ। ਪ੍ਰਨਾਕਸ਼ ਦੀ ਮੌਤ ਹੋ ਗਈ, ਪਰ ਹਰਨਾਕਸ਼ ਸੀ ਉਹ ਧਰਤੀ 'ਤੇ ਆ ਕੇ ਰਾਜ ਕਰਨ ਲੱਗਾ। ਹਰਨਾਕਸ਼ ਨੂੰ ਮੌਤ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ, ਇਸੇ ਕਰਕੇ ਉਸਨੇ ਮੌਤ 'ਤੇ ਕਾਬੂ ਪਾਉਣ ਲਈ ਜਾਂ ਅਮਰ ਹੋਣ ਦੇ ਲਈ ਹਿਮਾਲਾ ਪਰਬਤ 'ਤੇ ਜਾ ਕੇ ਕਠਿਨ ਤਪੱਸਿਆ ਕੀਤੀ। ਉਸ ਦੀ ਤਪੱਸਿਆ ਤੋਂ ਖੁਸ਼ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪ੍ਰਗਟ ਹੋਇਆ। ਤਾਂ ਹਰਨਾਕਸ਼ ਨੇ ਪਰਮਾਤਮਾ ਤੋਂ, ਰੱਬ ਤੋਂ ਇਹ ਵਰ ਮੰਗੇ। ਕਿਹੜੇ ਕਿਹੜੇ ਵਰ ਸੀ? ਨਾ ਮੈਂ ਦਿਨ ਨੂੰ ਮਰਾਂ, ਨਾ ਰਾਤ ਨੂੰ, ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਮੈਂ ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ, ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ, ਮੈਂ ਨਾ ਪਸ਼ੂ ਤੋਂ ਮਰਾਂ ਨਾ ਮਨੁੱਖ ਤੋਂ। ਭਾਵ ਹਰਨਾਕਸ਼ ਨੇ ਆਪਣੇ ਆਪ ਨੂੰ ਮੌਤ ਦੇ ਹਰ ਪ੍ਰਕਾਰ ਦੇ ਕਾਰਨ ਤੋਂ ਦੂਰ ਕਰ ਲਿਆ ਸੀ, ਭਾਵ ਕਿ ਉਹ ਅਮਰ ਹੋ ਜਾਣਾ ਚਾਹੁੰਦਾ ਸੀ। ਪਰਮਾਤਮਾ ਉਸ ਦੀ ਭਗਤੀ ਤੋਂ ਬਹੁਤ ਜ਼ਿਆਦਾ ਖੁਸ਼ ਸੀ, ਇਸੇ ਕਰਕੇ ਪਰਮਾਤਮਾ ਨੇ ਇਹ ਸਾਰੇ ਵਰ ਹਰਨਾਕਸ਼ ਨੂੰ ਦੇ ਦਿੱਤੇ। ਇਹ ਵਰ ਪਾਉਣ ਤੋਂ ਬਾਅਦ ਹਰਨਾਕਸ਼ ਬੇਡਰ ਹੋ ਕੇ, ਬੇਖੌਫ ਹੋ ਕੇ ਰਾਜ ਕਰਨ ਲੱਗਾ। ਪਰੰਤੂ ਉਹਨੂੰ ਹੰਕਾਰ ਆ ਗਿਆ ਕਿ ਉਹ ਹੁਣ ਅਮਰ ਹੈ, ਇਸੇ ਕਰਕੇ ਉਸਨੇ ਲੋਕਾਂ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਪਰਮਾਤਮਾ ਦੀ ਜਗ੍ਹਾ 'ਤੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪ੍ਰਹਿਲਾਦ ਰੱਖਿਆ ਗਿਆ। ਪ੍ਰਹਿਲਾਦ ਜਦੋਂ ਪੜ੍ਹਨ ਦੀ ਉਮਰ ਤੱਕ ਪਹੁੰਚਿਆ ਤਾਂ ਉਸਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਨ ਲਈ ਪਾਇਆ ਗਿਆ। ਤਾਂ ਪਾਠਸ਼ਾਲਾ ਦੇ ਵਿੱਚ ਜਿਹੜਾ ਪਾਂਧਾ ਸੀ, ਪਾਂਧੇ ਤੋਂ ਭਾਵ ਹੈ ਗੁਰੂ ਜੋ ਸਿੱਖਿਆ ਦੇਣ ਵਾਲਾ ਹੋਵੇ। ਤਾਂ ਪਾਂਧੇ ਨੇ ਵੀ ਪ੍ਰਹਿਲਾਦ ਭਗਤ ਨੂੰ ਹਰਨਾਕਸ਼ ਦਾ ਨਾਮ ਜਪਣ ਲਈ ਕਿਹਾ, ਪਰੰਤੂ ਪ੍ਰਹਿਲਾਦ ਭਗਤ ਨੇ ਪਰਮਾਤਮਾ ਦਾ ਨਾਮ ਜਪਣ ਦੀ ਹੀ ਗੱਲ ਕੀਤੀ। ਉਸਨੇ ਕਿਹਾ ਕਿ ਪਰਮਾਤਮਾ ਹੀ ਹਰਨਾਕਸ਼ ਤੋਂ ਵੱਡਾ ਹੈ ਅਤੇ ਪਰਮਾਤਮਾ ਨੇ ਹੀ ਸਭ ਨੂੰ ਬਣਾਇਆ ਹੈ, ਇਸੇ ਕਰਕੇ ਉਹ ਪਰਮਾਤਮਾ ਦਾ ਨਾਮ ਜਪੇਗਾ। ਪਾਂਧੇ ਨੇ ਇਸ ਦੀ ਸ਼ਿਕਾਇਤ ਹਰਨਾਕਸ਼ ਕੋਲ ਕੀਤੀ। ਜਦੋਂ ਹਰਨਾਕਸ਼ ਨੇ ਪ੍ਰਹਿਲਾਦ ਭਗਤ ਨੂੰ ਬੁਲਾ ਕੇ ਪੁੱਛਿਆ ਤਾਂ ਪ੍ਰਹਿਲਾਦ ਭਗਤ ਨੇ ਉਹੀ ਜਵਾਬ ਦਿੱਤਾ ਕਿ ਪਰਮਾਤਮਾ ਹੀ ਸਰਵ ਸ਼ਕਤੀਮਾਨ ਹੈ, ਸਭ ਤੋਂ ਸ਼ਕਤੀਸ਼ਾਲੀ ਹੈ, ਉਸਨੇ ਹੀ ਸਾਰੀ ਦੁਨੀਆ ਪੈਦਾ ਕੀਤੀ ਹੈ। ਤਾਂ ਪ੍ਰਹਿਲਾਦ ਭਗਤ ਦਾ ਜਵਾਬ ਸੁਣ ਕੇ ਹਰਨਾਕਸ਼ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਹਰਨਾਕਸ਼ ਦੇ ਗੁੱਸੇ ਤੋਂ ਡਰ ਕੇ ਪ੍ਰਹਿਲਾਦ ਭਗਤ ਦੀ ਮਾਂ ਨੇ ਉਸਨੂੰ ਸਮਝਾਉਣਾ ਕੀਤਾ ਕਿ ਉਹ ਆਪਣੀਆਂ ਪਿਤਾ ਦੀਆਂ ਸ਼ਕਤੀਆਂ ਤੋਂ ਜਾਣੂ ਹੋਵੇ। ਉਸਦੇ ਵਰ ਜਿਹੜੇ ਪਰਮਾਤਮਾ ਨੇ ਉਹਨੂੰ ਦਿੱਤੇ ਨੇ ਅਮਰ ਹੋਣ ਦੇ, ਇਸੇ ਕਰਕੇ ਤੇਰਾ ਪਿਤਾ ਜਿਹੜਾ ਉਹ ਸ਼ਕਤੀਸ਼ਾਲੀ ਹੈ, ਇਸ ਕਰਕੇ ਉਸਦਾ ਹੀ ਨਾਮ ਜਪ। ਪਰ ਪ੍ਰਹਿਲਾਦ ਨੇ ਹਰਨਾਕਸ਼ ਦਾ ਨਾਮ ਜਪਣ ਤੋਂ ਮਨਾ ਕਰ ਦਿੱਤਾ। ਹਰਨਾਕਸ਼ ਨੂੰ ਹੋਰ ਗੁੱਸਾ ਚੜ੍ਹ ਗਿਆ ਤਾਂ ਹਰਨਾਕਸ਼ ਨੇ ਪ੍ਰਹਿਲਾਦ ਭਗਤ ਨੂੰ ਮਾਰਨ ਦੇ ਲਈ
ਸਮੁੰਦਰ ਵਿੱਚ ਡੋਬ ਕੇ ਮਾਰਨ ਦਾ ਹੁਕਮ ਦਿੱਤਾ। ਜਦੋਂ ਹੀ ਜਲਾਦਾਂ ਨੇ ਪ੍ਰਹਿਲਾਦ ਭਗਤ ਨੂੰ ਸਮੁੰਦਰ ਦੇ ਵਿੱਚ ਸੁੱਟਿਆ ਤਾਂ ਪਾਣੀ ਦੀ ਲਹਿਰ ਨੇ ਵਾਪਿਸ ਪ੍ਰਹਿਲਾਦ ਭਗਤ ਨੂੰ ਕਿਨਾਰੇ ਵੱਲ ਸੁੱਟ ਦਿੱਤਾ। ਫਿਰ ਜਲਾਦਾਂ ਨੇ ਇਹ ਸਾਰੀ ਗੱਲ ਹਰਨਾਕਸ਼ ਨੂੰ ਦੱਸੀ। ਹਰਨਾਕਸ਼ ਨੇ ਦੁਬਾਰਾ ਫਿਰ ਜਲਾਦਾਂ ਨੂੰ ਕਿਹਾ ਕਿ ਪ੍ਰਹਿਲਾਦ ਭਗਤ ਨੂੰ ਕਿਸੇ ਪਰਬਤ ਤੋਂ ਥੱਲੇ ਸੁੱਟ ਕੇ ਮਾਰ ਦਿੱਤਾ ਜਾਵੇ, ਪਰ ਪ੍ਰਹਿਲਾਦ ਫਿਰ ਬਚ ਗਿਆ, ਕਿਉਂਕਿ ਜਿਉਂ ਹੀ ਉਸ ਨੂੰ ਪਰਬਤ ਤੋਂ ਸੁੱਟਿਆ ਗਿਆ ਤਾਂ ਇੱਕ ਸੰਘਣੇ ਰੁੱਖ ਦੇ ਵਿੱਚ ਅਟਕ ਗਿਆ। ਫਿਰ ਤੀਸਰਾ ਹੁਕਮ ਹਰਨਾਕਸ਼ ਨੇ ਦਿੱਤਾ ਕਿ ਪ੍ਰਹਿਲਾਦ ਭਗਤ ਨੂੰ ਕਿਸੇ ਪਾਗਲ ਹਾਥੀ ਦੇ ਅੱਗੇ ਸੁੱਟ ਦਿੱਤਾ ਜਾਵੇ, ਪਰੰਤੂ ਉਸ ਹਾਥੀ ਨੇ ਵੀ ਪ੍ਰਹਿਲਾਦ ਭਗਤ ਨੂੰ ਕੁਝ ਨਹੀਂ ਕਿਹਾ ਤੇ ਪ੍ਰਹਿਲਾਦ ਭਗਤ ਫਿਰ ਬਚ ਗਿਆ। ਇਸ ਦੇ ਨਾਲ ਹੀ ਹਰਨਾਕਸ਼ ਦੀ ਇੱਕ ਭੈਣ ਸੀ ਜਿਸ ਦਾ ਨਾਂ ਹੋਲਿਕਾ ਸੀ। ਹੋਲਿਕਾ ਨੂੰ ਵੀ ਇੱਕ ਵਰ ਪ੍ਰਾਪਤ ਸੀ ਕਿ ਅੱਗ ਉਸ ਨੂੰ ਨਹੀਂ ਸਾੜ ਸਕਦੀ। ਹਰਨਾਕਸ਼ ਦੇ ਕਹਿਣ ਮੁਤਾਬਿਕ ਉਹ ਪ੍ਰਹਿਲਾਦ ਭਗਤ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ, ਪਰੰਤੂ ਪ੍ਰਹਿਲਾਦ ਭਗਤ ਬਚ ਗਿਆ ਤੇ ਹੋਲਿਕਾ ਸੜ ਗਈ। ਇਹ ਸਭ ਯਤਨ ਅਸਫਲ ਹੋਣ ਤੋਂ ਬਾਅਦ ਹਰਨਾਕਸ਼ ਗੁੱਸੇ ਦੇ ਵਿੱਚ ਪਾਗਲ ਹੋ ਗਿਆ, ਤਾਂ ਇਸ ਦੇ ਨਾਲ ਉਸਨੇ ਇੱਕ ਲੋਹੇ ਦੇ ਥੰਮ ਨੂੰ ਗਰਮ ਕਰਵਾਇਆ ਤੇ ਪ੍ਰਹਿਲਾਦ ਭਗਤ ਨੂੰ ਪੁੱਛਿਆ ਕਿ ਤੇਰਾ ਪ੍ਰਮਾਤਮਾ ਕਿੱਥੇ ਹੈ। ਤਾਂ ਪ੍ਰਹਿਲਾਦ ਭਗਤ ਨੇ ਜਵਾਬ ਦਿੱਤਾ ਕਿ ਉਸਦਾ ਪ੍ਰਮਾਤਮਾ ਕਣ-ਕਣ ਵਿੱਚ ਮੌਜੂਦ ਹੈ। ਤਾਂ ਹਰਨਾਕਸ਼ ਨੇ ਕਿਹਾ, ਜੇ ਤੇਰਾ ਪ੍ਰਮਾਤਮਾ ਕਣ-ਕਣ ਵਿੱਚ ਮੌਜੂਦ ਹੈ ਤਾਂ ਇਸ ਥੰਮ ਵਿੱਚ ਵੀ ਹੋਵੇਗਾ, ਤਾਂ ਇਸ ਥੰਮ ਨੂੰ ਜੱਫੀ ਪਾ ਲੈ। ਉਸੇ ਹੀ ਸਮੇਂ ਪ੍ਰਹਿਲਾਦ ਭਗਤ ਜਦੋਂ ਗਰਮ ਥੰਮ ਨੂੰ ਜੱਫੀ ਪਾਉਣ ਲੱਗਾ ਤਾਂ ਇੱਕ ਕੀੜੀ ਤੁਰਦੀ ਨਜ਼ਰ ਆਈ, ਤਾਂ ਪ੍ਰਹਿਲਾਦ ਭਗਤ ਨੇ ਬੇਫਿਕਰ ਹੋ ਕੇ ਥੰਮ ਨੂੰ ਜੱਫੀ ਪਾ ਲਈ। ਇਹ ਸਭ ਨਜ਼ਾਰਾ ਦੇਖਣ ਤੋਂ ਬਾਅਦ ਹਰਨਾਕਸ਼ ਗੁੱਸੇ ਵਿੱਚ ਪਾਗਲ ਹੋ ਗਿਆ, ਅੰਨਾ ਹੋ ਗਿਆ, ਕਿਉਂਕਿ ਉਸਦੇ ਸਾਰੇ ਯਤਨ ਅਸਫਲ ਹੋ ਗਏ ਸੀ। ਤਾਂ ਉਸਨੇ ਪ੍ਰਹਿਲਾਦ ਭਗਤ 'ਤੇ ਤਲਵਾਰ ਨਾਲ ਵਾਰ ਕੀਤਾ। ਤਲਵਾਰ ਥੰਮ ਦੇ ਉੱਪਰ ਜਾ ਕੇ ਵੱਜੀ ਤੇ ਤਲਵਾਰ ਦੇ ਵਾਰ ਨਾਲ ਥੰਮ ਉਹ ਟੁੱਟ ਗਿਆ। ਉਸ ਟੁੱਟੇ ਹੋਏ ਥੰਮ ਦੇ ਵਿੱਚੋਂ ਨਰਸਿੰਘ ਦੇ ਰੂਪ ਦੇ ਵਿੱਚ ਪਰਮਾਤਮਾ ਪ੍ਰਗਟ ਹੋਇਆ। ਨਰ ਸਿੰਘ ਤੋਂ ਭਾਵ ਕੀ ਹੈ ਬੇਟਾ? ਨਰ ਤੋਂ ਭਾਵ ਹੈ ਪੁਰਸ਼, ਸਿੰਘ ਤੋਂ ਭਾਵ ਹੈ ਸ਼ੇਰ। ਤਾਂ ਪਰਮਾਤਮਾ ਦਾ ਇਹ ਰੂਪ ਅੱਧਾ ਮਨੁੱਖ ਦਾ ਸੀ, ਅੱਧਾ ਸ਼ੇਰ ਦਾ ਸੀ। ਇਸ ਨਰਸਿੰਘ ਪਰਮਾਤਮਾ ਨੇ ਹਰਨਾਕਸ਼ ਨੂੰ ਆਪਣੇ ਪੱਟਾਂ ਦੇ ਵਿੱਚ ਬਿਠਾ ਲਿਆ ਤੇ ਨੌਂਦਰਾਂ ਨਾਲ ਮਾਰ ਦਿੱਤਾ। ਪਰ ਜਦੋਂ ਹਰਨਾਕਸ਼ ਨੂੰ ਪਰਮਾਤਮਾ ਨਰਸਿੰਘ ਮਾਰਨ ਲੱਗਾ ਸੀ ਤਾਂ ਹਰਨਾਕਸ਼ ਨੇ ਆਪਣੇ ਵਰ ਯਾਦ ਕਰਵਾਏ। ਤਾਂ ਨਰਸਿੰਘ ਨੇ ਉਸਨੂੰ ਦੱਸਿਆ ਕਿ ਤੈਨੂੰ ਤੇਰੇ ਵਰ ਦੀਆਂ ਸ਼ਰਤਾਂ ਅਨੁਸਾਰ ਹੀ ਮਾਰਿਆ ਜਾ ਰਿਹਾ ਹੈ। ਕਿਵੇਂ? ਕਿਉਂਕਿ ਉਸ ਸਮੇਂ ਨਾ ਦਿਨ ਸੀ ਨਾ ਰਾਤ ਸੀ, ਸ਼ਾਮ ਦਾ ਵੇਲਾ ਸੀ, ਨਾ ਉਹ ਅੰਦਰ ਸੀ ਨਾ ਬਾਹਰ ਸੀ, ਉਹ ਦਹਿਲੀਜ਼ 'ਤੇ ਸੀ, ਨਾ ਉਹ ਧਰਤੀ 'ਤੇ ਸੀ ਤੇ ਨਾ ਹੀ ਆਕਾਸ਼ 'ਤੇ, ਕਿਉਂਕਿ ਉਹ ਨਰਸਿੰਘ ਦੇ ਪੱਟਾਂ 'ਤੇ ਸੀ। ਨਾ ਬਿਮਾਰੀ ਨਾਲ ਮਰਿਆ ਤੇ ਨਾ ਹੀ ਕਿਸੇ ਹਥਿਆਰ ਨਾਲ, ਕਿਉਂਕਿ ਨਰਸਿੰਘ ਨੇ ਉਸਨੂੰ ਆਪਣੀਆਂ ਨੌਂਦਰਾਂ ਨਾਲ ਮਾਰਿਆ ਸੀ। ਮਾਰਨ ਵਾਲਾ ਨਾ ਮਨੁੱਖ ਸੀ ਤੇ ਨਾ ਪਸ਼ੂ ਸੀ, ਕਿਉਂਕਿ ਦੋਹਾਂ ਦਾ ਅੱਧਾ ਅੱਧਾ ਰੂਪ ਸੀ, ਅੱਧਾ ਪੁਰਸ਼ ਦਾ ਤੇ ਅੱਧਾ ਜਾਨਵਰ ਦਾ। ਸੋ ਇਸ ਕਰਕੇ ਹਰਨਾਕਸ਼ ਨੂੰ ਉਹਦੀ ਵਰ ਪ੍ਰਾਪਤੀ ਵੀ ਮਰਨ ਤੋਂ ਬਚਾ ਨਾ ਸਕੀ। ਇਸ ਤੋਂ ਭਾਵ ਇਹ ਹੈ ਕਿ ਕੋਈ ਵੀ ਵਿਅਕਤੀ ਅਮਰ ਨਹੀਂ ਹੈ। ਹਰਨਾਕਸ਼ ਦੇ ਅੰਤ ਦੇ ਮਗਰੋਂ ਪ੍ਰਹਿਲਾਦ ਭਗਤ ਧਰਤੀ 'ਤੇ ਰਾਜ ਕਰਨ ਲੱਗਾ ਤੇ ਉਸਦੀ ਸਾਰੀ ਪ੍ਰਜਾ ਉਸਦੇ ਰਾਜ ਦੇ ਵਿੱਚ ਸੁਖੀ ਹੋ ਗਈ, ਕਿਉਂਕਿ ਉਹ ਨੇਕ ਆਦਮੀ ਸੀ। ਉਮੀਦ ਹੈ ਪੁੱਤਰ ਤੁਹਾਨੂੰ ਪ੍ਰਹਿਲਾਦ ਭਗਤ ਕਥਾ ਦਾ ਸਾਰ ਹੈ, ਜਿਹੜਾ ਕਹਾਣੀ ਹੈ ਉਹ ਸਮਝ ਆ ਗਈ ਹੋਵੇਗੀ। ਤੇ ਚੱਲਦੇ ਹਾਂ ਇਸ ਦੇ ਵਸਤੂਨਿਸ਼ਟ ਪ੍ਰਸ਼ਨਾਂ ਵੱਲ। ਪਹਿਲਾ ਪ੍ਰਸ਼ਨ ਹੈ, ਮਿੱਥ ਕਥਾ ਕਥਾ ਸਾਹਿਤ ਦਾ ਤਾਂ ਤੁਸੀਂ ਉੱਤਰ ਹੈ ਕਿ ਮੁੱਢਲਾ ਰੂਪ ਹੈ, ਭਾਵ ਸ਼ੁਰੂ ਦੇ ਵਿੱਚ ਮਿੱਥ ਕਥਾਵਾਂ ਹੀ ਕਥਾ ਸਾਹਿਤ ਦੇ ਵਿੱਚ ਆਈਆਂ ਸੀ। ਦੂਜਾ ਪ੍ਰਸ਼ਨ ਹੈ, ਮੁੱਢਲੇ ਪੜਾਵਾਂ ਵਿੱਚ ਮਨੁੱਖ ਨੇ ਪ੍ਰਕਿਰਤਿਕ ਵਰਤਾਰਿਆਂ ਨੂੰ ਕਿਹੜੇ ਰੂਪ ਵਿੱਚ ਪੇਸ਼ ਕੀਤਾ? ਤਾਂ ਕਾਲਪਨਿਕ ਰੂਪ ਦੇ ਵਿੱਚ ਪੇਸ਼ ਕੀਤਾ ਸੀ। ਤੀਜਾ ਪ੍ਰਸ਼ਨ ਹੈ, ਕੀ ਹੇਠ ਲਿਖਿਆ ਕਥਨ ਸਹੀ ਹੈ ਜਾਂ ਗਲਤ? ਮਿੱਥ ਕਥਾਵਾਂ ਘਟਨਾਵਾਂ ਦੀ ਅਸਲ ਵਾਸਤਵਿਕਤਾ ਨੂੰ ਭਾਵੇਂ ਪੇਸ਼ ਨਾ ਕਰਦੀਆਂ ਹੋਣ, ਪਰ ਇਹ ਉਸ ਵੇਲੇ ਦੇ ਮਨੁੱਖ ਦੀ ਸੂਝ-ਬੂਝ ਨੂੰ ਜ਼ਰੂਰ ਪੇਸ਼ ਕਰਦੀਆਂ ਹਨ, ਤਾਂ ਇਹ ਬਿਲਕੁਲ ਸਹੀ ਹੈ। ਦੂਜਾ ਹੈ, ਸਮੇਂ ਦੇ ਬੀਤਣ ਨਾਲ ਮੁੱਢਲੀਆਂ ਕਹਾਣੀਆਂ ਵਿੱਚ ਬਹੁਤ ਕੁਝ ਮਿੱਥਿਆ ਜੁੜ ਗਿਆ, ਤਾਂ ਇਹ ਵੀ ਬਿਲਕੁਲ ਸਹੀ ਹੈ, ਭਾਵ ਮੁੱਢਲੀਆਂ ਕਹਾਣੀਆਂ ਦੇ ਵਿੱਚੋਂ ਸਮਾਂ ਬਦਲਣ ਦੇ ਨਾਲ, ਸਮਾਂ ਬੀਤਣ ਦੇ ਨਾਲ ਕੁਝ ਹੋਰ ਮਿੱਥ ਭਾਵ ਝੂਠ ਜੁੜਦੇ ਗਏ। ਚੌਥਾ ਪ੍ਰਸ਼ਨ ਹੈ, ਮਿੱਥ ਕਥਾ ਆਮ ਕਰਕੇ ਕਿਸ ਪਾਤਰ ਨਾਲ ਸੰਬੰਧਿਤ ਹੁੰਦੀ ਹੈ? ਦੇਵ ਪੁਰਸ਼ ਦੇ ਨਾਲ। ਦੇਵ ਪੁਰਸ਼ ਤੋਂ ਭਾਵ ਹੈ ਜਿਸ ਪੁਰਸ਼ ਕੋਲ ਦੈਵੀ ਸ਼ਕਤੀਆਂ ਹੋਣ, ਦੇਵਤਿਆਂ ਵਾਲੀਆਂ ਸ਼ਕਤੀਆਂ ਹੋਣ।
ਪੰਜਵਾਂ ਪ੍ਰਸ਼ਨ ਹੈ ਪੰਜਾਬੀ ਕਥਾ ਸਾਹਿਤ ਭਰਪੂਰ ਹੈ, ਖਾਲੀ ਥਾਂ ਹੈ ਤਾਂ ਮਿੱਥ ਕਥਾਵਾਂ ਨਾਲ। ਚੱਲਦੇ ਹਾਂ ਛੇਵੇਂ ਪ੍ਰਸ਼ਨ ਵੱਲ। ਪ੍ਰਹਿਲਾਦ ਭਗਤ ਦੀ ਮਿੱਥ ਕਥਾ ਦਾ ਮੁੱਖ ਪਾਤਰ ਇੱਕ ਬਾਲਕ ਹੈ। ਬਾਲਕ ਕੌਣ ਸੀ? ਪ੍ਰਹਿਲਾਦ। ਪ੍ਰਹਿਲਾਦ ਭਗਤ ਦੀ ਕਥਾ ਵਿੱਚ ਬਾਲਕ ਕਾਹਦਾ ਪ੍ਰਤੀਕ ਹੈ? ਆਪਾਂ ਸ਼ੁਰੂ ਦੇ ਵਿੱਚ ਹੀ ਪੜ੍ਹੇ ਸੀ, ਨੇਕੀ ਦਾ ਪ੍ਰਤੀਕ ਹੈ, ਚੰਗਿਆਈ ਦਾ ਪ੍ਰਤੀਕ ਹੈ। ਪ੍ਰਹਿਲਾਦ ਭਗਤ ਦੀ ਕਥਾ ਵਿੱਚ ਬਦੀ ਦਾ ਭਾਵ ਬੁਰਾਈ ਦਾ ਪ੍ਰਤੀਕ ਕੌਣ ਹੈ? ਹਰਨਾਕਸ਼। ਪ੍ਰਹਿਲਾਦ ਭਗਤ ਮਿੱਥ ਕਥਾ ਦੇ ਅੰਤ ਵਿੱਚ ਕਿਸ ਦੀ ਜਿੱਤ ਹੁੰਦੀ ਹੈ? ਤਾਂ ਪ੍ਰਹਿਲਾਦ ਭਗਤ ਦੀ ਜਿੱਤ ਹੁੰਦੀ ਹੈ। 10ਵਾਂ ਪ੍ਰਸ਼ਨ ਹੈ ਗੁਰੂ ਸਾਹਿਬਾਂ, ਭਗਤਾਂ ਅਤੇ ਕਵੀਆਂ ਦੀਆਂ ਰਚਨਾਵਾਂ ਵਿੱਚ ਕਿਹੜੀ ਮਿੱਥ ਕਥਾ ਦਾ ਜ਼ਿਕਰ ਆਇਆ ਹੈ? ਪ੍ਰਹਿਲਾਦ ਭਗਤ ਦਾ। ਚੱਲਦੇ ਹਾਂ ਹੋਰ ਵਸਤੂਨਿਸ਼ਟ ਪ੍ਰਸ਼ਨਾਂ ਵੱਲ। ਪਹਿਲਾ ਪ੍ਰਸ਼ਨ ਹੈ ਕਿਸੇ ਇੱਕ ਮਿੱਥ ਕਥਾ ਦਾ ਨਾਂ ਲਿਖੋ। ਤੁਸੀਂ ਕਿਸੇ ਵੀ ਮਿੱਥ ਕਥਾ ਦਾ ਨਾਂ ਲਿਖ ਸਕਦੇ ਹੋ, ਪਰ ਪ੍ਰਸ਼ਨ ਕੀ ਹੈ ਕਿ ਪ੍ਰਹਿਲਾਦ ਭਗਤ ਮਿੱਥ ਕਥਾ ਦਾ ਮੁੱਖ ਪਾਤਰ ਹੈ ਪ੍ਰਹਿਲਾਦ ਭਗਤ। ਦੂਸਰਾ ਪ੍ਰਸ਼ਨ ਹੈ ਪ੍ਰਹਿਲਾਦ ਭਗਤ ਦੀ ਕਥਾ ਕਿਹੋ ਜਿਹੀ ਵੰਨਗੀ ਦੀ ਹੈ? ਵੰਨਗੀ ਤੋਂ ਭਾਵ ਹੈ ਕਿ ਕਿਸ ਕਿਸਮ ਦੀ ਹੈ? ਲੋਕ ਕਥਾਵਾਂ ਦੇ ਵਿੱਚੋਂ ਕਿਸ ਕਿਸਮ ਦੀ ਕਥਾ ਹੈ? ਤਾਂ ਇਹ ਮਿੱਥ ਕਥਾ ਹੈ। ਹਰਨਾਕਸ਼ ਤੇ ਪ੍ਰਨਾਕਸ਼ ਦਾ ਆਪਸ ਵਿੱਚ ਕੀ ਰਿਸ਼ਤਾ ਸੀ? ਦੋਵੇਂ ਭਰਾ ਸਨ। ਹਰਨਾਕਸ਼ ਤੇ ਪ੍ਰਨਾਕਸ਼ ਕਿੱਥੇ ਰਹਿੰਦੇ ਸਨ? ਸ਼ੁਰੂ ਦੇ ਵਿੱਚ ਆਪਾਂ ਪੜ੍ਹੇ ਸੀ, ਬੈਕੁੰਠ ਵਿੱਚ, ਸਵਰਗ ਵਿੱਚ। ਹਰਨਾਕਸ਼ ਦੇ ਪ੍ਰਨਾਕਸ਼ ਨੂੰ ਬੈਕੁੰਠ ਵਿੱਚੋਂ ਕਿਉਂ ਨਿਕਲਣਾ ਪਿਆ? ਦੇਵਤਿਆਂ ਦੇ ਸ਼ਰਾਪ ਕਾਰਨ। ਹਰਨਾਕਸ਼ ਕਿੱਥੇ ਆ ਕੇ ਰਾਜ ਕਰਨ ਲੱਗਾ ਸੀ? ਧਰਤੀ ਉੱਤੇ। ਹਰਨਾਕਸ਼ ਤੇ ਪ੍ਰਨਾਕਸ਼ ਵਿੱਚੋਂ ਪਹਿਲਾਂ ਕਿਸ ਦੀ ਮੌਤ ਹੋਈ? ਪ੍ਰਨਾਕਸ਼ ਦੀ ਮੌਤ ਹੋਈ ਸੀ। ਹਰਨਾਕਸ਼ ਨੂੰ ਬਲਵਾਨ ਹੁੰਦਿਆਂ ਵੀ ਕਿਸ ਤੋਂ ਡਰ ਲੱਗਦਾ ਸੀ? ਮੌਤ ਤੋਂ ਡਰਦਾ ਸੀ ਉਹ। ਹਰਨਾਕਸ਼ ਕਿਸ ਉੱਤੇ ਕਾਬੂ ਪਾਉਣਾ ਚਾਹੁੰਦਾ ਸੀ? ਮੌਤ ਉੱਤੇ। ਹਰਨਾਕਸ਼ ਕਿੱਥੇ ਜਾ ਕੇ ਤਪੱਸਿਆ ਕਰਨ ਲੱਗਾ? ਹਿਮਾਲਾ ਪਰਬਤ 'ਤੇ। ਹਰਨਾਕਸ਼ ਨੇ ਪਰਮਾਤਮਾ ਤੋਂ ਕਿੰਨੇ ਵਰ ਮੰਗੇ? 5 ਵਰ ਮੰਗੇ ਸੀ, ਜਿਹੜੇ ਕਿ ਉਸਦੇ ਅਮਰ ਹੋਣ ਦੇ ਨਾਲ ਸੰਬੰਧਿਤ ਸਨ। ਹਰਨਾਕਸ਼ ਨੇ ਲੋਕਾਂ ਨੂੰ ਪਰਮਾਤਮਾ ਦਾ ਨਾਂ ਛੱਡ ਕੇ ਕਿਸ ਦਾ ਨਾਮ ਜਪਣ ਦਾ ਹੁਕਮ ਦਿੱਤਾ? ਤਾਂ ਆਪਣਾ ਨਾਮ ਜਪਣ ਦਾ ਹੁਕਮ ਦਿੱਤਾ ਸੀ। ਹਰਨਾਕਸ਼ ਦੇ ਪੁੱਤਰ ਦਾ ਕੀ ਨਾਂ ਸੀ? ਪ੍ਰਹਿਲਾਦ। ਪ੍ਰਹਿਲਾਦ ਨੂੰ ਕਿੱਥੇ ਪੜ੍ਹਨ ਭੇਜਿਆ ਗਿਆ? ਪਾਠਸ਼ਾਲਾ ਵਿੱਚ। ਪਾਠਸ਼ਾਲਾ ਵਿੱਚ ਕੌਣ ਪੜ੍ਹਾਉਂਦਾ ਸੀ? ਪਾਂਧਾ। ਪ੍ਰਹਿਲਾਦ ਨੂੰ ਕਿਸ ਨੇ ਸਮਝਾਉਣ ਦਾ ਯਤਨ ਕੀਤਾ? ਤਾਂ ਉਸਨੂੰ ਉਸਦੀ ਮਾਂ ਨੇ ਸਮਝਾਉਣ ਦਾ ਯਤਨ ਕੀਤਾ ਸੀ। ਪ੍ਰਹਿਲਾਦ ਨੂੰ ਸਮੁੰਦਰ ਵਿੱਚ ਕਿਸ ਨੇ ਸੁੱਟਿਆ? ਜਾਂ ਪ੍ਰਹਿਲਾਦ ਨੂੰ ਪਰਬਤ ਤੋਂ ਕਿਸ ਨੇ ਸੁੱਟਿਆ? ਤਾਂ ਜਲਾਦਾਂ ਨੇ ਸੁੱਟਿਆ ਸੀ। ਪ੍ਰਹਿਲਾਦ ਨੂੰ ਹਾਥੀ ਅੱਗੇ ਕਿਸ ਨੇ ਸੁੱਟਿਆ? ਹਰਨਾਕਸ਼ ਨੇ ਸੁੱਟਿਆ ਸੀ। ਕਿਸ ਨੂੰ ਇਹ ਵਰ ਮਿਲਿਆ ਸੀ ਕਿ ਉਸ ਨੂੰ ਅੱਗ ਨਹੀਂ ਸਾੜ ਸਕੇਗੀ? ਤਾਂ ਹਰਨਾਕਸ਼ ਦੀ ਭੈਣ ਹੋਲਿਕਾ ਨੂੰ ਇਹ ਵਰ ਮਿਲਿਆ ਸੀ ਕਿ ਉਸ ਨੂੰ ਅੱਗ ਨਹੀਂ ਸਾੜ ਸਕਦੀ। ਹੋਲਿਕਾ ਕੌਣ ਸੀ? ਹਰਨਾਕਸ਼ ਦੀ ਭੈਣ ਸੀ। ਇਹ ਪ੍ਰਸ਼ਨ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪੁੱਛਿਆ ਜਾ ਸਕਦਾ, ਜਿਵੇਂ ਕਿ ਅਗਲਾ ਪ੍ਰਸ਼ਨ ਹੈ ਹਰਨਾਕਸ਼ ਦੀ ਭੈਣ ਦਾ ਕੀ ਨਾਂ ਸੀ? ਹੋਲਿਕਾ। ਪ੍ਰਹਿਲਾਦ ਨੇ ਗਰਮ ਥੰਮ ਉੱਤੇ ਕੀ ਤੁਰਦਾ ਵੇਖਿਆ? ਕੀੜੀ ਤੁਰਦੀ ਵੇਖੀ ਸੀ। ਥੰਮ ਵਿੱਚੋਂ ਪਰਮਾਤਮਾ ਕਿਸ ਰੂਪ ਵਿੱਚ ਪ੍ਰਗਟ ਹੋਇਆ? ਨਰਸਿੰਘ ਦੇ ਰੂਪ ਦੇ ਵਿੱਚ। ਇਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪ੍ਰਸ਼ਨ ਆ ਸਕਦਾ ਹੈ ਕਿ ਹਰਨਾਕਸ਼ ਨੂੰ ਕਿਸ ਨੇ ਮਾਰਿਆ? ਤਾਂ ਨਰਸਿੰਘ ਨੇ ਮਾਰਿਆ ਸੀ। ਇਹ ਸੀ ਬੇਟਾ ਤੁਹਾਡੀ ਪਹਿਲੀ ਮਿੱਥ ਕਥਾ ਪ੍ਰਹਿਲਾਦ ਭਗਤ, ਜਿਸ ਦਾ ਸਾਰ ਤੇ ਵਸਤੂਨਿਸ਼ਟ ਭਾਵ ਛੋਟੇ ਪ੍ਰਸ਼ਨ ਆਪਾਂ ਕੀਤੇ ਨੇ। ਪ੍ਰੀਖਿਆ ਦੇ ਵਿੱਚ ਤੁਹਾਨੂੰ ਸਾਰ ਤੇ ਵਸਤੂਨਿਸ਼ਟ ਪ੍ਰਸ਼ਨ ਹੀ ਆਉਣਗੇ, ਇਸ ਕਰਕੇ ਤੁਸੀਂ ਕਾਪੀ ਦੇ ਉੱਪਰ ਸਾਰ ਤੇ ਸੰਖੇਪ ਪ੍ਰਸ਼ਨ ਹੀ ਕਰਨੇ ਨੇ। ਉਮੀਦ ਹੈ ਕਿ ਤੁਸੀਂ ਇਹ ਸਾਰੀ ਵੀਡੀਓ ਧਿਆਨ ਨਾਲ ਸੁਣੀ ਹੈ ਅਤੇ ਤੁਹਾਨੂੰ ਪਹਿਲੀ ਮਿੱਥ ਕਥਾ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਪੜ੍ਹਦੇ ਰਹੋ। ਧੰਨਵਾਦ।